ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਸਤਿਗੁਰ ਸੇਵੈ ਤਾਂ ਮਲ ਜਾਏ, ਜੀਵਤ ਮਰੈ ਹਰਿ ਸਿਉ ਚਿਤ ਲਾਏ। ਹਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 116 ਦੇ ਉੱਪਰ ਸੁਭਾਈਮਾਨ ਹੈ। 8 ਪਦਿਆਂ ਵਾਲਾ ਇਹ ਪਾਵਨ ਸ਼ਬਦ, ਜਿਸ ਵਿੱਚੋਂ ਦੀ 3 ਪਦਿਆਂ ਦੀ ਵਿਚਾਰ ਆਪ ਜੀਆਂ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਨ ਕੀਤੀ। ਅਗਲੇਰੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਆਪਣੀ ਸੁਰਤ ਨੂੰ ਜੋੜੀਏ। ਚੌਥੇ ਪਦੇ ਦੀ ਵਿਚਾਰ ਤੋਂ ਪਹਿਲਾਂ ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਰਹਾਉ ਵਾਲੀ ਪਾਵਨ ਪੰਗਤੀ, ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਹਉ ਵਾਰੀ ਜੀਉ ਵਾਰੀ। ਸਭ ਕਹਿੰਦੇ ਮੈਂ ਵਾਰੇ ਜਾਵਾਂ, ਸਦਕੇ ਜਾਵਾਂ, ਹਰ ਸੇਤੀ ਚਿੱਤ ਲਾਵਣਿਆ। ਜਿਨੇ ਆਪਣਾ ਚਿੱਤ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਲਾ ਲਿਆ, ਜਿਨੇ ਆਪਣਾ ਚਿੱਤ ਪਰਮੇਸ਼ਵਰ ਦੇ ਨਾਮ ਨਾਲ ਜੋੜ ਲਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਜੇ ਮਨ ਵਸਾਵਣਿਆ। ਗੁਰੂ ਸਾਹਿਬ ਜੀ ਦੇ ਰਾਹੀਂ ਸੱਚੇ ਨਾਮ ਦੀ ਭਗਤੀ ਦਾ ਜਾਗ ਲੱਗਦਾ ਹੈ, ਔਰ ਜਿਨੇ ਆਪਣੇ ਅੰਦਰ ਅਡੋਲਤਾ ਬਣਾ ਕੇ ਪ੍ਰੇਮ ਵਾਲਾ ਸੁਭਾਅ ਬਣਾ ਕੇ ਤੇ ਪਰਮੇਸ਼ਵਰ ਦੇ ਨਾਮ ਦੀ ਭਗਤੀ ਦਾ ਜਾਗ ਅੰਦਰ ਗੁਰੂ ਸਾਹਿਬ ਦੇ ਰਾਹੀਂ ਲਾਇਆ। ਸਭ ਕਹਿੰਦੇ ਹਉ ਵਾਰੀ ਜੀਉ ਵਾਰੀ। ਮੈਂ ਉਹਨਾਂ ਤੋਂ ਜਿੰਦ ਜਾਨ ਕਰਕੇ ਵਾਰੇ ਬਲਹਾਰੇ ਜਾਵਾਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੀਸਰੇ ਪਦੇ ਦੇ ਵਿੱਚ ਮੈਲ ਦੀ ਗੱਲ ਕੀਤੀ, ਜੋ ਕੱਲ ਆਪ ਜੀ ਨੇ ਵਿਚਾਰੀ ਸੀ ਕਿ ਮਨ ਮੈਲਾ ਹੈ, ਮੈਲਾ ਮਨ
ਸੰਸਾਰ ਨੂੰ ਚੇਤੇ ਕਰਦਾ ਹੈ ਪਰ ਨਿਰੰਕਾਰ ਨੂੰ ਨਹੀਂ। ਮੈਲੇ ਮਨ ਨੂੰ ਪਰਮੇਸ਼ਵਰ ਚੇਤੇ ਨਹੀਂ ਆਉਂਦਾ, ਨਿਰੰਕਾਰ ਚੇਤੇ ਨਹੀਂ ਆਉਂਦਾ, ਮੈਲੇ ਮਨ ਨੂੰ ਸੰਸਾਰ ਚੇਤੇ ਆਉਂਦਾ ਹੈ। ਤੇ ਜਿਹਦਾ ਮਨ ਮੈਲਾ ਹੈ ਉਹ ਬਾਹਰੋਂ ਧਰਮੀ ਬਣ ਕੇ ਜਿੰਨੇ ਮਰਜ਼ੀ ਧਰਮ ਦੇ ਕਰਮ ਕਰ ਲਵੇ, ਜਿੰਨੇ ਮਰਜ਼ੀ ਤੀਰਥਾਂ ਦੇ ਅਸਥਾਨਾਂ ਤੇ ਭਟਕ ਲਵੇ, ਤੇ ਜੇ ਮਨ ਮੈਲਾ ਹੈ ਤੇ ਇਹ ਮੈਲ ਘਟੇਗੀ ਨਹੀਂ, ਸਗੋਂ ਇਹ ਮੈਲ ਦੁੱਗਣੀ ਚੌਗਣੀ ਹੋ ਜਾਏਗੀ। ਹੁਣ ਇਹ ਮੈਲ ਕਾਹਦੀ ਹੈ? ਇਹ ਹੈ ਹੰਕਾਰ ਦੀ ਮੈਲ। ਹੰਕਾਰ ਦੀ ਮੈਲ ਜਦੋਂ ਵੱਧ ਜਾਏ ਤੇ ਫਿਰ ਬੰਦਾ ਕਹਿੰਦਾ ਵੀ ਮੈਂ ਹੁਣ ਦੁਨੀਆ ਵਾਲੇ ਪੱਖ ਸੰਸਾਰ ਵਾਲੇ ਪਾਸੇ ਵੇਖੀਏ ਤੇ ਬੰਦਾ ਕਹਿੰਦਾ ਵੀ ਆਹ ਕੰਮ ਮੈਂ ਕੀਤਾ, ਆ ਮੇਰੇ ਰਾਹੀਂ ਇਹ ਕੰਮ ਹੋਇਆ। ਪਰ ਧਰਮ ਦੀ ਦੁਨੀਆ ਵਿੱਚ ਵੀ ਜਦੋਂ ਹਉਮੈ ਵੱਧ ਜਾਏ, ਹੰਕਾਰ ਵੱਧ ਜਾਏ, ਤੇ ਫਿਰ ਉਹ ਹੰਕਾਰ ਦੇ ਨਾਲ ਭਰਿਆ ਵੀ ਕਹਿੰਦਾ ਵੀ ਮੈਂ ਆ ਕੀਤਾ ਹੈ, ਇਹ ਮੈਂ ਕੀਤਾ ਹੈ। ਜੇ ਮੈਂ ਨਾ ਹੋਵਾਂ ਤੇ ਫਿਰ ਇਹ ਕੀ ਕੁਛ ਵੀ ਨਹੀਂ ਹੋਵੇਗਾ। ਸਾਹਿਬ ਜੀ ਕਹਿੰਦੇ ਇਹ ਹਉਮੈ ਦੀ ਮੈਲ ਜਿਨ੍ਹਾਂ ਦੇ ਅੰਦਰ ਘਟਦੀ ਨਹੀਂ ਸਗੋਂ ਵੱਧਦੀ ਹੈ, ਉਹ ਇਸ ਹਉਮੈ ਦੀ ਮੈਲ ਦੇ ਕਰਕੇ ਫਿਰ ਦੁੱਖ ਭੋਗਦੇ ਆ। ਉਹ ਜਨਮ ਮਰਨ ਆਵਾਗਮਨ ਦੇ ਵਿੱਚ ਹੀ ਪਏ ਰਹਿੰਦੇ ਨੇ। ਜਿੱਥੇ ਮਹਾਰਾਜ ਨੇ ਇਹ ਜ਼ਿਕਰ ਕੀਤਾ, ਤਟ ਤੀਰਥ ਦਿਸੰਤਰ ਭਵੈ ਹੰਕਾਰੀ, ਹੋਰ ਵਧੇਰੇ ਹਉਮੈ ਮਲ ਲਾਵਣਿਆ। ਬਾਹਰ ਦੇ ਧਰਮ ਅਸਥਾਨਾਂ ਦਾ ਭਰਮਣ ਕਰਕੇ ਵੀ ਹੰਕਾਰੀ ਹੋਰ ਵਧੇਰੇ ਆਪਣੇ ਹਉਮੈ ਦੀ ਮਲ ਨੂੰ ਵਧਾ ਲੈਂਦਾ ਹੈ, ਜਿਸ ਕਰਕੇ ਇਹ ਦੁੱਖਾਂ ਦਾ ਭਾਗੀ ਬਣਦਾ ਹੈ। ਪਰ ਨਾਲ ਹੀ ਮਹਾਰਾਜ ਨੇ ਚੌਥੇ ਪਦੇ ਵਿੱਚ ਕਿਰਪਾ ਕੀਤੀ, ਉਹਦਾ ਹੱਲ ਦੱਸਿਆ ਕਿ ਹਉਮੈ ਹੰਕਾਰ ਦੀ ਮਲ ਨੂੰ ਕਿਵੇਂ ਉਤਾਰਿਆ ਜਾ ਸਕਦਾ ਹੈ। ਸਤਿਗੁਰੂ ਜੀ ਨੇ ਕਿਰਪਾ, ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕੀਤੀ, ਸਤਿਗੁਰ ਸੇਵੇ ਤਾਂ ਮਲ ਜਾਏ। ਮਹਾਰਾਜ ਕਹਿੰਦੇ ਜੇ ਕੋਈ ਪਿਆਰ ਭਾਵਨਾ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾ ਵਿੱਚ ਜੁੜੇ ਤਾਂ ਉਹਦੇ ਅੰਦਰੋਂ ਹਉਮੈ ਦੀ ਮਲ ਜਾ ਸਕਦੀ ਹੈ, ਤਾਂ ਉਹਦੇ ਅੰਦਰੋਂ ਹਉਮੈ ਦਾ ਨਾਸ਼ ਹੋ ਸਕਦਾ ਹੈ। ਸਤਿਗੁਰੂ ਸੱਚੇ ਗੁਰੂ ਦੇ ਦਰ ਦੀ ਸੇਵਾ ਹਉਮੈ ਦੀ ਮਲ ਨੂੰ ਉਤਾਰਨ ਵਾਸਤੇ ਹੈ। ਦੋ ਬਖਸ਼ਿਸ਼ਾਂ ਮਹਾਰਾਜ ਨੇ ਦਿੱਤੀਆਂ ਨੇ, ਇੱਕ ਸੇਵਾ ਔਰ ਇੱਕ ਸਿਮਰਨ। ਸੇਵਾ ਦਾ ਮਤਲਬ ਹੈ ਭਾਂਡਾ ਤਿਆਰ ਕਰਨਾ, ਤੇ ਸਿਮਰਨ ਦਾ ਮਤਲਬ ਹੈ ਉਹ ਅੰਮ੍ਰਿਤ ਰਸ। ਜੇ ਸਾਡੇ ਕੋਲ ਭਾਂਡਾ ਹੀ ਨਹੀਂ ਹੋਏਗਾ ਤੇ ਅਸੀਂ ਅੰਮ੍ਰਿਤ ਰਸ ਕਿੱਥੋਂ ਲਵਾਂਗੇ? ਸਾਡੇ ਜੀਵਨ ਵਿੱਚ ਅੰਮ੍ਰਿਤ ਰਸ ਟਿਕ ਹੀ ਨਹੀਂ ਸਕਦਾ ਜੇ ਸਾਡਾ ਭਾਂਡਾ ਸਾਫ਼ ਨਹੀਂ ਹੋਏਗਾ। ਮਹਾਰਾਜ ਕਹਿੰਦੇ ਸਿਮਰਨ ਬਾਅਦ ਵਿੱਚ ਪਹਿਲਾਂ ਸੇਵਾ ਕਰ, ਪਹਿਲਾਂ ਆਪਣੇ ਭਾਂਡੇ ਨੂੰ ਸਵਾਰ। ਜਦੋਂ ਤੂੰ ਭਾਂਡਾ ਆਪਣਾ ਸਵਾਰ ਲਏਗਾ ਫਿਰ ਉਹਦੇ ਵਿੱਚ ਅੰਮ੍ਰਿਤ ਵਰਗਾ ਰਸ, ਅੰਮ੍ਰਿਤ ਵਰਗਾ ਦੁੱਧ ਉਸ ਭਾਂਡੇ ਵਿੱਚ ਟਿਕਣਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧ ਹੈ ਕੋ ਜਾਵੋ। ਮਹਾਰਾਜ ਕਹਿੰਦੇ ਪਹਿਲਾਂ ਭਾਂਡਾ ਆਪਣਾ ਧੋ ਤਾਂ ਰਸ ਅੰਦਰ ਟਿਕਣਾ ਹੈ। ਸੇਵਾ ਦਾ ਮਤਲਬ ਕਿ ਸੇਵਾ ਸਾਨੂੰ ਨਿਮਰਤਾ ਵਿੱਚ ਲਿਆਉਂਦੀ ਹੈ। ਸਤਿਗੁਰੂ ਦੇ ਚਰਨਾਂ ਦੀ ਦਰ ਦੀ ਸੇਵਾ, ਕੋਈ ਵੀ ਸੇਵਾ ਆਪਾਂ ਕਰੀਏ ਤੇ ਝੁਕਣ ਤੋਂ ਬਿਨਾਂ ਸੇਵਾ ਨਹੀਂ ਹੁੰਦੀ। ਕੋਈ ਵੀ ਸੇਵਾ ਆਪਾਂ ਕਰ ਲਈਏ, ਹਰ ਪ੍ਰਕਾਰ ਦੀ ਸੇਵਾ ਸਾਨੂੰ ਝੁਕ ਕੇ ਹੀ ਹੁੰਦੀ ਹੈ। ਉਹਦਾ ਮਤਲਬ ਕਿ ਤੂੰ ਆਪਣੇ ਅੰਦਰ ਦੇ ਹਉਮੈ ਨੂੰ ਖਤਮ ਕਰ।
ਤੇ ਜੇ ਅਸੀਂ ਪਿਆਰ ਭਾਵਨਾ ਨਾਲ ਭਿੱਜ ਕੇ ਸੇਵਾ ਕਰਾਂਗੇ ਫਿਰ ਸਤਿਗੁਰੂ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆਂ ਫਲ ਪਾਵਣਾ ਹਉਮੈ ਵਿੱਚੋਂ ਜਾਏ। ਮਾਰੇ ਕਹਿੰਦੇ ਆ ਹਉਮੈ ਦੀ ਮੱਲ ਵਿੱਚੋਂ ਨਿਕਲ ਜਾਏਗੀ। ਜਦੋਂ ਹਉਮੈ ਦੀ ਮੱਲ ਨਿਕਲ ਜਾਏਗੀ ਤੇ ਨਾਮ ਸਿਮਰਨ ਨਾਮ ਦਾ ਰਸ ਆਪਣੇ ਆਪ ਤੇਰੇ ਭਾਂਡੇ ਵਿੱਚ ਟਿਕ ਜਾਏਗਾ। ਅੱਜ ਬਹੁਤਾਤ ਵਿੱਚ ਇਹੀ ਸਵਾਲ ਹੁੰਦਾ ਕਿ ਅਸੀਂ ਪਾਠ ਬਹੁਤ ਕਰਦੇ ਹਾਂ, ਨਾਮ ਅਭਿਆਸ ਬਹੁਤ ਕਰਦੇ ਹਾਂ, ਪਰ ਕੀ ਕਰੀਏ, ਮਨ ਟਿਕਦਾ ਹੀ ਨਹੀਂ। ਸਾਡੇ ਅੰਦਰ ਧਿਆਨ ਜਿਹੜਾ ਇਹ ਬਾਰ-ਬਾਰ ਖਿੰਡਦਾ ਹੈ, ਉਹਦਾ ਕਾਰਨ ਹੀ ਹੈ ਕਿ ਅੰਦਰ ਮੱਲ ਲੱਗੀ ਹੋਈ ਹੈ। ਜਦੋਂ ਭਾਂਡਾ ਅੰਦਰੋਂ ਸਵਾਰ ਲਾਂਗੇ, ਮੱਲ ਅੰਦਰੋਂ ਦੀ ਨਿਕਲ ਜਾਏਗੀ, ਆਪਣੇ ਆਪ ਨਾਮ ਅੰਦਰ ਵਸੇਗਾ, ਨਾਮ ਟਿਕ ਜਾਏਗਾ, ਸੁਰਤ ਆਪਣੇ ਆਪ ਲੱਗੇਗੀ। ਇਸ ਲਈ ਸਾਹਿਬ ਜੀ ਨੇ ਆਖਿਆ ਸਤਿਗੁਰ ਸੇਵੇ। ਜੇ ਪਿਆਰ ਨਾਲ ਭਾਵਨਾ ਨਾਲ ਭਿੱਜ ਕੇ ਸਤਿਗੁਰੂ ਦੇ ਦਰ ਦੀ ਸੇਵਾ ਕੀਤੀ ਜਾਏ ਤਾਂ ਮੱਲ ਜਾਏ, ਤਾਂ ਅੰਦਰ ਮਨ ਦੀ ਮੱਲ ਜਾ ਸਕਦੀ ਹੈ। ਜੀਵਤ ਮਰੈ ਹਰ ਸਿਉ ਚਿਤ ਲਾਏ। ਹਉਮੈ ਦੀ ਮੱਲ ਦਾ ਮਤਲਬ ਹੈ ਆਪਣੇ ਆਪ ਨੂੰ ਜੀਵਦਿਆਂ ਮਾਰਨਾ, ਇਸ ਵਿਕਾਰਾਂ ਤੋਂ ਉਪਰਾਮ ਹੋ ਜਾਣਾ, ਆਪਣੇ ਅੰਦਰ ਦੇ ਹਉਮੈ ਮੈਂ ਨੂੰ ਖਤਮ ਕਰ ਦੇਣਾ। ਤੇ ਜਿਹੜਾ ਜੀਵਨ ਦੀਆਂ ਆਪਣੇ ਆਪ ਨੂੰ ਮਾਰ ਲੈਂਦਾ ਹੈ ਹਉਮੈ ਹੰਕਾਰ ਵਾਲੇ ਪਾਸਿਓਂ, ਹਰ ਸਿਉ ਚਿਤ ਲਾਏ, ਉਹਦਾ ਚਿੱਤ ਵਾਹਿਗੁਰੂ ਜੀ ਦੇ ਨਾਲ ਆਪੇ ਹੀ ਲੱਗ ਜਾਂਦਾ ਹੈ। ਹਰ ਨਿਰਮਲ ਸੱਚ ਮਹਿਲ ਨ ਲਾਗੈ, ਸੱਚ ਲਾਗੈ ਮੈਲ ਗਵਾਵਣਿਆ। ਹਰ ਨਿਰਮਲ ਹਰੀ ਪਰਮੇਸ਼ਵਰ ਦਾ ਨਾਮ ਪਵਿੱਤਰ ਹੈ। ਸੱਚ ਮੈਲ ਨਾ ਲਾਗੈ, ਇਹ ਇੰਨਾ ਪਵਿੱਤਰ ਹੈ ਸੱਚਾ ਨਾਮ ਕਿ ਦੁਨੀਆ ਨੂੰ ਹਰ ਇੱਕ ਨੂੰ ਮੈਲ ਲੱਗ ਸਕਦੀ ਹੈ ਵਿਕਾਰਾਂ ਦੀ, ਪਰ ਸੱਚੇ ਨਾਮ ਨੂੰ ਨਹੀਂ ਲੱਗ ਸਕਦੀ। ਇਹ ਸੱਚਾ ਨਾਮ ਪਵਿੱਤਰ ਹੈ, ਮਲ ਤੋਂ ਰਹਿਤ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਇਹ ਨਿਰਅੰਜਨ, ਅੰਜਨ ਤੋਂ ਰਹਿਤ ਪਾਕ ਪਵਿੱਤਰ ਨਾਮ ਹੈ। ਤੇ ਜਿਹਦੇ ਹਿਰਦੇ ਵਿੱਚ ਸੱਚਾ ਨਾਮ ਵਸ ਗਿਆ, ਮਹਾਰਾਜ ਕਹਿੰਦੇ ਦੁਬਾਰਾ ਉਹਨੂੰ ਹਉਮੈ ਦੀ ਮੱਲ ਨਹੀਂ ਲੱਗਦੀ। ਉਹ ਫਿਰ ਕਦੇ ਵੀ ਮੈਲਾ ਨਹੀਂ ਹੁੰਦਾ ਜਿਹਦੇ ਅੰਦਰ ਸੱਚਾ ਨਾਮ ਪਰਮੇਸ਼ਵਰ ਦਾ ਵਸ ਜਾਏ। ਤੇ ਸੱਚਾ ਨਾਮ ਉਹਦਾ ਹੀ ਵਸੇਗਾ ਜਿਹਦੇ ਅੰਦਰੋਂ ਪਹਿਲਾਂ ਹਉਮੈ ਦੀ ਮੱਲ ਧੁਪੇਗੀ। ਪਹਿਲਾਂ ਭਾਂਡਾ ਸਾਫ਼ ਕਰਨਾ ਪਏਗਾ, ਫਿਰ ਅੰਦਰ ਸੱਚਾ ਨਾਮ ਵਸੇਗਾ। ਤੇ ਜਦੋਂ ਸੱਚਾ ਨਾਮ ਵਸ ਗਿਆ ਫਿਰ ਇਹ ਦੁਬਾਰਾ ਭਾਂਡਾ ਮੈਲਾ ਨਹੀਂ ਹੋਏਗਾ। ਦੁਬਾਰਾ ਇਹਨੂੰ ਹਉਮੈ ਦੀ ਮੱਲ ਜਿਹੜੀ ਆ ਉਹ ਨਹੀਂ ਲੱਗੇਗੀ। ਹਰ ਨਿਰਮਲ ਸੱਚ ਮਹਿਲ ਨਾ ਲਾਗੈ, ਸੱਚ ਲਾਗੈ ਮਹਿਲ ਗਵਾਵਣਿਆ। ਇਸ ਲਈ ਸੱਚੇ ਨਾਮ ਦੇ ਨਾਲ ਲੱਗਿਆ, ਸੱਚੇ ਨਾਮ ਦੇ ਨਾਲ ਜੁੜਿਆ, ਸੱਚੇ ਨਾਮ ਦਾ ਅਭਿਆਸ ਕੀਤਿਆਂ ਹੀ ਹਉਮੈ ਦੀ ਹੰਕਾਰ ਦੀ ਮੈਲ ਨੂੰ ਦੂਰ ਕੀਤਾ ਜਾ ਸਕਦਾ ਹੈ। ਆਪਣੇ ਜੀਵਨ ਵਿੱਚੋਂ ਹਉਮੈ ਦੀ ਮੱਲ ਨੂੰ ਧੋਤਾ ਜਾ ਸਕਦਾ ਹੈ ਸੱਚੇ ਨਾਮ ਦਾ ਆਸਰਾ ਲੈ ਕੇ, ਹੋਰ ਕੋਈ ਤਰੀਕਾ ਨਹੀਂ। ਅਸੀਂ ਬਾਹਰ ਦੇ ਧਰਮ ਕਰਮ ਕਰਕੇ ਵੇਖ ਲਏ, ਪਰ ਧਰਮ ਕਰਮ ਕਰਕੇ ਵੀ ਕੀ ਹੋਇਆ, ਹਉਮੈ ਦੀ ਮੱਲ ਘਟਣ ਦੀ ਜਗ੍ਹਾ ਹਉਮੈ ਦੀ ਮੱਲ ਹੋਰ ਵੱਧ ਗਈ। ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਮਨ ਵਿੱਚ ਗੁਮਾਨ ਹੋਰ ਵੱਧ ਗਿਆ। ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਤਟ ਤੀਰਥ ਦਿਸੰਤਰ ਭਵੈ ਹੰਕਾਰੀ, ਹੋਰ ਵਧੇਰੇ ਹਉਮੈ ਮੱਲ ਲਾਵਣਿਆ। ਇਹ ਬਾਹਰ ਦੇ ਤੀਰਥਾਂ ਤੇ ਚਾਰੇ ਪਾਸੇ ਜਿਹੜਾ ਵਿਚਰਦਾ ਰਿਹਾ, ਪਰ ਹਉਮੈ ਦੀ ਮੈਲ ਵੀ ਨਾਲ ਨਾਲ ਵਧਾਉਂਦਾ ਰਿਹਾ।
पर असीं ते धर्म दा कर्म करना सी होमे दी मल नूं उतारन वास्ते। इसलिए जिन्हां ने सतगुरु दे चरनां च प्यार भावना नाल सेवा कीती वो सच्चे नाम दे नाल जुड़े, ते जिहड़े सच्चे नाम नाल जुड़े वो अंदरों होमे दी मल तो उन्हां नूं छुटकारा मिलिया, वो पवित्र हो गए। ते जिहड़े सच्चे नाम नाल जुड़ के अपने अंदर दे होमे दी मल नूं धो लैंदे आ, वो दोबारा फिर उन्हां दा मन मैला नहीं हुंदा, दोबारा उन्हां दे अंदर होमे हंकार दी मल नहीं लगदी है। इसलिए शुरुआत सतगुरु दे चरनां विच सेवा तो करनी पैनी है। फिर बेनती करा कि भांडा होएगा ताई उहदे विच रस टिकेगा, ते जे भांडा ही नहीं है तो फिर अमृत रस कित्थे टिकेगा। सतगुरु गुरु अमरदास महाराज जी आप गुरु अंगद साहब महाराज जी दे घर विच आके पहला 12 साल सेवा निभाई है। जे भाई लैणा जी गुरु अंगद साहब जी गुरु नानक साहब घर आए ने, आउंदियां ही नाम दा रस नहीं मिल गया। पहला 7 साल गुरु साहब जी दे घर विच रह के सेवा निभाई है। जदों सेवा नूं निभाउंदियां होइयां अंदर नाम दी बख्शिश वरती है, फिर भाई लैणा जी तो गुरु अंगद साहब बने। 12 साल सेवा निभाई गुरु अमरदास महाराज जी ने। फिर जिस दिन भांडा तैयार हो गया, अंदर नाम दियां बख्शिशां वरतदियां ने। इसलिए महाराज कहंदे सेवा और सिमरन ये दोवें बख्शिशां सानू चाहीदियां ने। सेवा ने साडे भांडे नूं साफ करना है, साडे होमे दी मल नूं धोना है, और सिमरन जिहड़ा असीं सच्चे नाम दा करना वो साडे मन रूपी भांडे दे विच आके उहदा रस टिकना। ते जिन्हें हरि दे नाम नाल जुड़ के अपने अंदर होमे दी मल नूं धो लिया, सब कहंदे दोबारा उन्हां नूं होमे दी मल नहीं लगदी है। बाज गुरु है अंध गुबारा, अज्ञानी अंधा अंध अंधारा। बेस्टा के कीड़े बेस्टा कमावह, फिर बेस्टा माहे पचावणिया। ये संसार गुरु तो बिना, गुरु का मतलब है ज्ञान, सोझी समझ। गुरु दे ज्ञान तो बिना समझ ही नहीं आएगी कि अंदर दी मल नूं किवें धोना है। गुरु साहब जी दे ज्ञान तो बिना समझ ही नहीं आएगी भी किहड़े राह तुरना है। क्योंकि जदों घुप हनेरा होवे ना, ते घुप हनेरे दे विच पता ही नहीं लगदा किहड़े पासे जाना है ते किहड़े नहीं जाना। अक्सर हनेरा भुलेखा पाउंदा है, जिहड़े राह असीं जाना होवे वो राह नहीं असीं तुरदे, असीं हनेरे विच होर राह तुरदे हां। कबीर साहब जी ने भी गल कीती है, वो कहंदे मैला मलता ये संसार, आ संसार ते होमे दे मैल नाल भरिया पिया है। इक्को ही निर्मल मल तो रहत है, वो है परमेश्वर दा सच्चा नाम। बाकी संसार जे वेखीए तां समाजिक तल ते वेखो, परिवारक तल ते वेखो, राजनीतिक तल ते वेखो, धार्मिक तल ते वेखो, ते कबीर साहब कहंदे मैनू सारा संसार होमे दी मल नाल मैला ही नज़र आउंदा पिया। कोई भी ऐसा थां नहीं जिथे होमे दी मल ना होवे। धार्मिक दुनिया विच भी धार्मिक लोक होमे दी मल नाल भरे पे आ, राजनीतिक लोक भी होमे दी मल नाल भरे पे आ, समाजिक लोक भी जिहड़े आ वो भी होमे दी मल नाल भरे पे आ। परिवारक तल उत्ते भी जिहड़े कला कलेश झगड़े हुंदे आ, उहदा कारण की है? अंदर होमे दी मल भरी पई है। एक हर का निर्मल
ਇੱਕ ਹਰੀ ਦਾ ਨਾਮ ਹੀ ਪਵਿੱਤਰ ਹੈ, ਤਾਂ ਕਾ ਅੰਤ ਨਾ ਪਾਰ, ਜਿਹਦਾ ਕੋਈ ਅੰਤ ਪਾਰ ਉਤਾਰਾ ਹੀ ਕੋਈ ਨਹੀਂ ਹੈ, ਜਿਹਦਾ ਕੋਈ ਅੰਤ ਨਹੀਂ ਹੈ। ਬਾਕੀ ਸਾਰਾ ਸੰਸਾਰ ਮਲ ਨਾਲ ਭਰਿਆ ਪਿਆ। ਇੱਕੋ ਇੱਕ ਅਰੋਗ ਹੈ ਹਉਮੈ ਦਾ ਰੋਗ, ਜਿਹਨੂੰ ਨਹੀਂ ਲੱਗਾ, ਨਹੀਂ ਤੇ ਸਾਰਾ ਸੰਸਾਰ ਹਉਮੈ ਕਰਕੇ ਰੋਗੀ ਬਣਿਆ ਬੈਠਾ। ਜੋ ਜੋ ਦੀਸੈ ਸੋ ਸੋ ਰੋਗੀ। ਰੋਗ ਕਿਹੜਾ ਹੈ? ਹਉਮੈ ਦੀਰਘ ਰੋਗ। ਸਭ ਤੋਂ ਭਿਆਨਕ ਰੋਗ ਹੀ ਹਉਮੈ ਦਾ, ਤੇ ਸਭ ਤੋਂ ਜ਼ਿਆਦਾ ਮੈਲ ਹੀ ਹਉਮੈ ਹੰਕਾਰ ਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਮੈਂ ਜਿੱਧਰ ਵੀ ਵੇਖਦਾ ਜੋ ਜੋ ਦੀਸੈ, ਉਹਦੇ ਵਿੱਚ ਸਾਰੇ ਹੀ ਆ ਗਏ। ਸਮਾਜਿਕ, ਪਰਿਵਾਰਕ, ਰਾਜਨੀਤਿਕ, ਧਾਰਮਿਕ ਸਾਰੇ ਹੀ ਆ ਗਏ। ਜਿਹੜਾ ਜਿਹੜਾ ਵੀ ਮੈਨੂੰ ਦਿਸਦਾ ਸਾਰੇ ਹਉਮੈ ਦੇ ਰੋਗ ਵਿੱਚ ਭਰੇ ਹੋਏ ਨੇ, ਹਉਮੈ ਦੇ ਰੋਗ ਨਾਲ ਗਰਸੇ ਪਏ ਨੇ। ਜੋ ਜੋ ਦੀਸੈ ਸੋ ਸੋ ਰੋਗੀ। ਤੇ ਪੁੱਛਿਆ ਮਹਾਰਾਜ ਪੂਰੇ ਦੁਨੀਆ ਵਿੱਚ ਕੋਈ ਅਰੋਗੀ ਹੈ ਜਿਹਦੇ ਨਾਲ ਜੁੜ ਕੇ ਅਸੀਂ ਵੀ ਅਰੋਗ ਹੋ ਸਕਦੇ ਹਾਂ? ਤੇ ਜੇ ਕੋਈ ਵੀ ਅਰੋਗੀ ਨਹੀਂ ਹੈ, ਸਾਰੇ ਰੋਗ ਨਾਲ ਭਰੇ ਪਏ ਆ, ਤੇ ਫਿਰ ਅਸੀਂ ਅਰੋਗ ਕਿੱਥੋਂ ਹੋਵਾਂਗੇ? ਜੇ ਜੋ ਜੋ ਦੀਸੈ, ਜਿਹੜਾ ਜਿਹੜਾ ਦਿਸਦਾ ਹਉਮੈ ਦੇ ਰੋਗ ਨਾਲ ਭਰਿਆ, ਤੇ ਫਿਰ ਸਾਡਾ ਹਾਲ ਕੀ ਹੋਏਗਾ? ਅਸੀਂ ਆਪਣਾ ਇਲਾਜ ਕਿੱਥੋਂ ਕਰਾਵਾਂਗੇ? ਮਹਾਰਾਜ ਕਹਿੰਦੇ ਨਿਰਾਸ਼ ਨਾ ਹੋਵੋ, ਜੋ ਜੋ ਦੀਸੈ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹ ਸੱਚਾ ਗੁਰੂ ਰੋਗ ਤੋਂ ਰਹਿਤ ਹੈ। ਉਹਦੇ ਚਰਨਾਂ ਵਿੱਚ ਆ ਕੇ ਜੁੜੋਗੇ ਤਾਂ ਤੁਹਾਨੂੰ ਵੀ ਹਉਮੈ ਦੇ ਰੋਗ ਤੋਂ ਛੁਟਕਾਰਾ ਮਿਲੇਗਾ। ਹਉਮੈ ਦੀ ਮੱਲ ਸਤਿਗੁਰੂ ਨੂੰ ਨਹੀਂ ਲੱਗੀ, ਇਸ ਲਈ ਸਤਿਗੁਰੂ ਦੇ ਦਰ ਤੇ ਆਓਗੇ, ਸਤਿਗੁਰ ਸੇਵੇ ਤਾਂ ਮੱਲ ਜਾਏ, ਤੁਹਾਡੇ ਹਉਮੈ ਦੀ ਮੱਲ ਉਤਰ ਜਾਏਗੀ। ਇਸ ਲਈ ਸਾਹਿਬ ਜੀ ਕਹਿੰਦੇ ਬਾਜ ਗੁਰੂ ਹੈ ਅੰਧ ਗੁਬਾਰਾ। ਪਰ ਜੇ ਸਤਿਗੁਰੂ ਨਹੀਂ, ਗੁਰੂ ਦਾ ਗਿਆਨ ਨਹੀਂ, ਤਾਂ ਫਿਰ ਇਹ ਸੰਸਾਰ ਦੇ ਵਿੱਚ ਉਹ ਜੀਵ, ਉਹ ਲੋਕ ਗੁਬਾਰ ਅੰਧਕਾਰ ਵਿੱਚ ਜੀ ਰਿਹਾ। ਭਾਵ ਮਨ ਕਰਕੇ ਅੰਧੇ ਹੋ ਚੁੱਕੇ ਨੇ ਉਹ ਲੋਕ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਬਾਰ ਕੁੱਪ ਹਨੇਰਾ ਛਾਇਆ, ਤੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜੇ ਪਾਸੇ ਜਾਣਾ, ਕਿਹੜੇ ਪਾਸੇ ਨਹੀਂ ਜਾਣਾ। ਬਾਜ ਗੁਰੂ ਹੈ ਅੰਧ ਗੁਬਾਰਾ। ਤੇ ਗੁਰੂ ਸਾਹਿਬ ਕਹਿੰਦੇ ਹਾਲਤ ਕੀ ਹੋਈ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ, ਜਿਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ। ਗੁਰੂ ਬਾਝੋਂ ਜਦੋਂ ਹਨੇਰਾ ਜ਼ਿੰਦਗੀ ਵਿੱਚ ਛਾ ਗਿਆ, ਤੇ ਉੱਥੇ ਕੀ ਹੋਇਆ? ਉੱਥੇ ਧਰਮ ਪੰਖ ਕਰਕੇ ਉੱਡ ਗਿਆ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ, ਕਹਿ ਚੜਿਆ ਸੱਚ ਦਿਸਦਾ ਨਹੀਂ। ਚਾਰੇ ਪਾਸੇ ਕੂੜ ਦੀ ਅਮਾਵਸਿਆ ਛਾਈ ਹੋਈ ਹੈ, ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾਇਆ ਹੋਇਆ ਹੈ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ, ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ। ਅੰਧੇਰਾ ਰਾਹ ਨਾ ਕੋਈ। ਮਹਾਰਾਜ ਕਹਿੰਦੇ ਇਹ ਲੋਕਾਈ ਦੁਖੀ ਹੋ ਰਹੀ ਹੈ ਇਸ ਸੰਸਾਰ ਦੇ ਵਿੱਚ। ਕਿਉਂ? ਕਿਉਂਕਿ ਬਾਜ ਗੁਰੂ ਹੈ ਅੰਧ ਗੁਬਾਰਾ। ਅੰਧੇਰੇ ਰਾਹ ਨਾ ਕੋਈ। ਇਹਨਾਂ ਨੂੰ ਇਸ ਘੁੱਪ ਹਨੇਰੇ ਵਿੱਚ ਰਾਹ ਦੱਸਣ ਵਾਲਾ ਕੋਈ ਨਹੀਂ ਮਿਲਦਾ ਪਿਆ। ਤੇ ਜਿਹਨੂੰ ਇਹ ਰਾਹ ਪੁੱਛਦੇ ਨੇ ਉਹ ਆਪ ਭਟਕਿਆ ਹੋਇਆ, ਆਪ ਭੁੱਲਿਆ ਹੋਇਆ, ਉਹ ਆਪਣੇ ਰਸਤੇ ਤੋਂ ਆਪ ਖੁੰਝਿਆ ਹੋਇਆ ਹੈ। ਇਸੇ ਲਈ ਇਹ ਲੋਕਾਈ ਦਾ ਹਾਲ ਹੋ ਰਿਹਾ ਹੈ ਕਿ ਇਸ ਅੰਧੇਰੇ ਵਿੱਚ ਕੋਈ ਵੀ ਇਹਨਾਂ ਨੂੰ ਰਾਹ ਦੱਸਣ ਵਾਲਾ ਨਹੀਂ ਹੈ। ਸਭ ਕਹਿੰਦੇ ਬਾਜ ਗੁਰੂ ਡੂਬਾ ਸੰਸਾਰ। ਗੁਰੂ ਦੇ ਗਿਆਨ ਤੋਂ ਬਿਨਾਂ ਸੰਸਾਰ ਡੁੱਬ ਰਿਹਾ ਹੈ, ਕਿਉਂਕਿ ਗੁਰੂ ਕੋਲ ਉਹ ਗਿਆਨ ਦੀ ਰੋਸ਼ਨੀ ਹੈ ਜਿਹੜਾ ਸਾਡੇ ਮਨ ਦੇ ਹਨੇਰੇ ਨੂੰ ਦੂਰ ਕਰ ਸਕਦਾ ਹੈ। ਬਾਹਰ ਸੂਰਜ ਕੋਲ ਵੀ ਇੰਨੀ ਰੋਸ਼ਨੀ ਨਹੀਂ ਜਿਹੜਾ ਸਾਡੇ ਮਨ ਦੇ ਹਨੇਰੇ ਨੂੰ ਦੂਰ ਕਰ ਸਕੇ। ਜਿਹੜਾ ਸਾਡੇ ਅੰਦਰ ਜਿਹੜਾ ਘੁੱਪ ਹਨੇਰਾ ਉਹਨੂੰ ਚਾਨਣ ਵਿੱਚ ਬਦਲ ਸਕੇ,
ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਘੁੱਪ ਹਨੇਰਾ ਹੈ। ਇਸ ਲਈ ਮਹਾਰਾਜ ਕਹਿੰਦੇ ਇਹ ਜਿਹੜਾ ਹਉਮੈ ਦੀ ਮੱਲ ਅੰਦਰ ਲੱਗੀ ਹੈ, ਅਗਿਆਨਤਾ ਦੇ ਕਰਮ ਜਿਹੜੇ ਹੋ ਰਹੇ ਨੇ ਅੰਧੇਪਨ ਵਿੱਚ, ਇਹਦਾ ਕਾਰਨ ਹੈ ਕਿ ਬਾਜ ਗੁਰੂ ਤੋਂ ਬਿਨਾ। ਜਿਹਨੇ ਗੁਰੂ ਦੇ ਦਰ ਤੇ ਆ ਕੇ ਗਿਆਨ ਲੈ ਲਿਆ, ਉਹਦੇ ਅੰਦਰੋਂ ਫਿਰ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਤੇ ਜਿਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ, ਉਹ ਧਰਮ ਦੇ ਕਰਮ ਕਰਦਿਆਂ ਕਦੇ ਅੰਦਰ ਹਉਮੈ ਹੰਕਾਰ ਨਹੀਂ ਪਾਲਦਾ। ਉਹਦੇ ਅੰਦਰ ਕਦੇ ਹਉਮੈ ਦਾ ਰੋਗ ਨਹੀਂ ਲੱਗਦਾ, ਹਉਮੈ ਦੀ ਮੱਲ ਨਹੀਂ ਲੱਗਦੀ। ਜਿਨੇ ਗਿਆਨ ਅੰਜਨ ਗੁਰ ਦੀਆਂ ਅਗਿਆਨ ਅੰਧੇਰ ਵਿਨਾਸ਼। ਜਿਨੇ ਗੁਰੂ ਕੋਲੋਂ ਗਿਆਨ ਲੈ ਕੇ ਆਪਣੇ ਅੰਦਰ ਦੇ ਅਗਿਆਨਤਾ ਦੇ ਹਨੇਰੇ ਦਾ ਨਾਸ਼ ਕਰ ਦਿੱਤਾ ਹੈ। ਜਿਹਦੇ ਅੰਦਰ ਗਿਆਨ ਦਾ ਸੂਰਜ ਚੜ ਪਿਆ। ਸਾਹਿਬ ਜੀ ਕਹਿੰਦੇ ਬਾਜ ਗੁਰੂ ਹੈ ਅੰਧ ਗੁਬਾਰਾ। ਅਗਿਆਨੀ ਅੰਧਾ ਅੰਧ ਅੰਧਾਰਾ। ਜਿਹੜੇ ਅਗਿਆਨੀ ਲੋਕ ਨੇ, ਜਿਹੜੇ ਗਿਆਨ ਤੋਂ ਹੀਣੇ ਲੋਕ ਨੇ, ਇਹਨਾਂ ਦੀ ਜ਼ਿੰਦਗੀ ਵਿੱਚ ਅੰਧਕਾਰ ਛਾਇਆ ਹੋਇਆ। ਔਰ ਅੰਧਕਾਰ ਕਰਕੇ ਇਹ ਕਰਮ ਵੀ ਅੰਧੇ ਹੀ ਕਰ ਰਹੇ ਨੇ। ਭਾਵੇਂ ਬਾਹਰ ਦਾ ਸੂਰਜ ਚੜ੍ਹਿਆ ਹੋਇਆ ਹੈ, ਪਰ ਸੂਰਜ ਦੀ ਰੋਸ਼ਨੀ ਵਿੱਚ ਵੀ ਉਹ ਕਰਮ ਕਰਦੇ ਆ। ਇੱਦਾਂ ਲੱਗਦਾ ਜਿਵੇਂ ਇਹਨਾਂ ਦੀ ਜ਼ਿੰਦਗੀ ਵਿੱਚ ਹਨੇਰਾ ਹੈ, ਤੇ ਹਨੇਰੇ ਵਿੱਚ ਹੀ ਇਹ ਧਰਮ ਦੇ ਕਰਮ ਕਰੀ ਜਾਂਦੇ ਆ। ਜਦੋਂ ਅਸੀਂ ਸੂਰਜ ਚੜ੍ਹਦਾ ਤੇ ਬਾਹਰ ਨਜ਼ਰ ਮਾਰੀਏ, ਕਿੰਨੇ ਧਰਮ ਦੇ ਕਰਮ ਲੋਕ ਕਰਦੇ ਹੋਏ ਨਜ਼ਰ ਆਉਣਗੇ। ਕੋਈ ਮੜੀਆਂ 'ਚ, ਕੋਈ ਮਸਾਣਾਂ 'ਚ, ਕੋਈ ਦਰਿਆਵਾਂ 'ਚ, ਕੋਈ ਕਿਤੇ ਕੋਈ ਕਿਤੇ। ਇਹ ਜਿੰਨੇ ਵੀ ਨੇ ਜਿਹੜੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਜਿਹੜੇ ਉਹਦੀ ਬੰਦਗੀ ਨਹੀਂ ਕਰਦੇ, ਜਿਹੜੇ ਸੇਵਾ ਸਿਮਰਨ ਵਿੱਚ ਜੁੜਨ ਨੂੰ ਤਿਆਰ ਨਹੀਂ, ਪਰ ਮੜੀਆਂ ਤੇ ਮਸਾਣਾਂ ਵਿੱਚ ਜਾਣ ਨੂੰ ਤਿਆਰ ਨੇ, ਜਿਹੜੇ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਕਰਨ। ਸਾਨੂੰ ਇੱਕੋ ਹੀ ਕੰਮ ਕਿਹਾ ਸੀ ਮਹਾਰਾਜ ਨੇ, ਭਾਵੇਂ ਦਿਨ ਕੋਈ ਹੋਵੇ, ਥਿਤ ਕੋਈ ਹੋਵੇ, ਵਾਰ ਕੋਈ ਹੋਵੇ, ਮਹੀਨਾ ਕੋਈ ਹੋਵੇ। ਮਹਾਰਾਜ ਨੇ ਕਿਹਾ ਤੂੰ ਇੱਕੋ ਹੀ ਕੰਮ ਕਰਨਾ ਹੈ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ। ਮਹਾਰਾਜ ਕਹਿੰਦੇ ਤੂੰ ਇੱਕੋ ਹੀ ਕੰਮ ਕਰਨਾ ਹੈ, ਦਿਨ ਭਾਵੇਂ ਕੋਈ ਵੀ ਹੋਵੇ। ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਤੂੰ ਨਿਤ ਉੱਠ ਕੇ ਪ੍ਰਭੂ ਦੀ ਬਾਣੀ ਦਾ ਅਭਿਆਸ ਕਰਨਾ ਹੈ। ਤੇ ਜੇ ਇਹ ਛੱਡ ਕੇ ਅਸੀਂ ਹੋਰ ਕਰਮ ਕਰ ਰਹੇ ਹਾਂ, ਇਹ ਦਿਮਾਗ ਵਿੱਚ ਰੱਖ ਕੇ ਵੀ ਅੱਜ ਸੋਮਵਾਰ ਹੈ ਤੇ ਅੱਜ ਮੈਂ ਸੋਮਵਾਰ ਦਾ ਵਰਤ ਰੱਖਣਾ ਹੈ, ਅੱਜ ਮੰਗਲਵਾਰ ਹੈ ਤੇ ਅੱਜ ਮੈਂ ਫਲਾਣੀ ਥਾਂ ਤੇ ਜਾ ਕੇ ਪੂਜਾ ਕਰਨੀ ਹੈ, ਅੱਜ ਬੁੱਧਵਾਰ ਹੈ ਤੇ ਅੱਜ ਮੈਂ ਫਲਾਣੀ ਥਾਂ ਤੇ ਜਾਣਾ, ਅੱਜ ਪੀਰਾਂ ਨੂੰ ਚੌਲ ਚੜਾਉਣੇ ਆ, ਅੱਜ ਮੈਂ ਜਾ ਕੇ ਸ਼ਨੀ ਦਾ ਤੇਲ ਜਿਹੜਾ ਉਹ ਪਾ ਕੇ ਆਉਣਾ ਹੈ। ਤੇ ਮਹਾਰਾਜ ਕਹਿੰਦੇ ਇਹ ਕੰਮ ਅਗਿਆਨੀਆਂ ਦੇ, ਇਹ ਕੰਮ ਅੰਧਿਆਂ ਦੇ ਨੇ। ਇਹ ਉਹ ਲੋਕ ਨੇ, ਬਾਜ ਗੁਰੂ ਹੈ ਅੰਧ ਗੁਬਾਰਾ। ਅਗਿਆਨੀ ਅੰਧਾ ਅੰਧ ਅੰਧਾਰਾ। ਇਹ ਕੰਮ ਗੁਰੂ ਦੇ ਗਿਆਨ ਤੋਂ ਬਿਨਾ ਅਗਿਆਨਤਾ ਦੇ ਵਸ ਵਿੱਚ ਪਏ ਹੋਏ ਉਹਨਾਂ ਅੰਧੇ ਲੋਕਾਂ ਦੇ ਕਰਮ ਨੇ। ਪਰ ਜਿਹਦੇ ਕੋਲ ਗਿਆਨ ਦੀ ਰੋਸ਼ਨੀ ਹੈ, ਉਹ ਕੇਵਲ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਕਰਦਾ ਹੈ, ਉਹ ਕੇਵਲ ਉਸ ਮਾਲਕ ਦੇ ਨਾਮ ਦਾ ਅਭਿਆਸ ਕਰਦਾ ਹੈ, ਉਹ ਦਿਨ ਤਿਉਹਾਰ ਨਹੀਂ ਵੇਖਦਾ। ਸਾਨੂੰ ਉਲਝਾਇਆ ਹੀ ਬਹੁਤ ਗਿਆ, ਇੰਨਾ ਉਲਝਾ ਦਿੱਤਾ ਗਿਆ ਕਿ ਗੁਰਬਾਣੀ ਦੀ ਰੋਸ਼ਨੀ ਵੀ ਅਸੀਂ ਨਹੀਂ ਲੈ ਪਾ ਰਹੇ ਹਾਂ। ਬਸ ਸਾਨੂੰ ਇਹ ਦੱਸਿਆ ਗਿਆ ਵੀ ਆਹ ਦਿਨ ਤੂੰ ਗੁਰਦੁਆਰਾ ਸਾਹਿਬ ਜਾਈਂ ਤੇ ਆਹ ਜਿਹੜੀ ਦਾਲ ਹੈ, ਆਹ ਜਿਹੜੀ ਚੀਜ਼ ਹੈ, ਤੂੰ ਚੜਾ ਕੇ ਆ ਜਾਈਂ ਤੇ ਤੇਰੇ ਸਾਰੇ ਕੰਮ ਰਾਸ ਆ ਜਾਣਗੇ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਕ ਵੀ ਪੰਗਤੀ ਇਦਾਂ ਦੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਂ ਕਹਿੰਦੇ ਆ ਤੂੰ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਹਾਂ, ਗੁਰੂ ਘਰਾਂ ਦੇ ਵਿੱਚ ਨਿਰੰਤਰ ਜਿਹੜੇ ਲੰਗਰ ਦੇ ਪ੍ਰਵਾਹ ਚੱਲ ਰਹੇ ਨੇ, ਅਸੀਂ ਇਹ ਦਿਨ ਮਿੱਥ ਕੇ ਨਾ ਕੁਝ ਲਿਆਇਆ ਕਰੀਏ।
कि आ दिन है तो मैं आ चीज़ अज लैके आ वाली दाल मैं शनिवार ही लैके जानी है, मंगलवार जे तुसी सोमवार भी लियाओगे तां भी परवान है, जे तुसी उन्होंने बुधवार लियाओगे वो तां भी परवान है। जिथे निरंतर गुरु घर विच लंगर चलदे आ, तुसी नित उन्हां विच कोई बिना दिन दी मन विच रख के भावना कि इस दिन आ चीज़ चढ़ाउण नाल ज़्यादा फल मिलदा है, ये ख्याल छड्ड के कोई भी दिन होवे असी गुरु के लंगर विच लिया के रस्त पावांगे तो वो साडी परवान हो जानी है। महाराज ने ये नहीं कहना कि आ चीज़ तू शनिवार लैके आउणी सी अज क्यों लैके आ गया। महाराज ने ये थोड़ी कहना भी तू अज आ चीज़ ले आया ये तो कल लैके आउणी सी। नहीं, ये साडे मन विच भुलेखे पाए गए हैं। असी अज्ञानता दे वस हो के, ज्ञान तो हीणे हो के ये भावना रख के बैठे हुए हैं। एक नहीं, पता ही नहीं किस तरह के किन्ने धर्म के कर्म असी कर रहे हैं। सतगुरु महाराज कहते उहदा कारण इको ही है कि बाज गुरु है अंध गुबारा। गुरु दे ज्ञान तो बिना गुबार बनया पिया अंदर अंधकार दा, जिहदे विच समझ ही नहीं आ रही मैं करना की ते की नहीं करना। इसलिए अज्ञानी अंधा जिहड़े ज्ञान तो हीणे ने वो मन दे अंधे ने, अकल दे अंधे ने। अंध अंधारा उन्हां दी जिंदगी विच अंधकार छाया पिया है, ते जिन्हां दी जिंदगी विच अंधकार छाया है विष्टा के कीड़े। महाराज कहंदे जिवें गंदगी दे कीड़े हुंदे आ ना, विष्टा कमावें वो गंदगी ही खांदे ने, गंदगी ही विच रहिंदे ने ते गंदगी ही खांदे ने। फिर विष्टा माहे पचावणिया, फिर उस विष्टा गंदगी विच ही सड़ गल जांदे ने। गंदगी दे विच रहिंदे आ, गंदगी खांदे आ ते गंदगी विच ही उन्हां दी जिंदगी दी लीला समाप्त हो जाती है। साहब कहंदे जिहड़े बाज गुरु है अंध गुबारा, गुरु साहब कहंदे मैं भी देखदा भी वो जिहड़े मनमुख आ, जिहड़े साकत लोक ज्ञान तो हीणे ने, उन्हां दी हालत भी उस गंदगी दे कीड़े दी तरह है। किन्नियां उदाहरणां दृष्टांत हवाले दे दे के गुरु ग्रंथ साहिब महाराज दी बाणी विच साडे मन नूं समझाउण दा यतन कीता भी किसे तरह साडा मन समझ जाए ते जिहड़े राह तुरना उस राह तुर के ये अपने अंदर दे होमे दी मल नूं धो लवे। जिहड़ी अंदर मत मैली होई पई है ये मत उजल हो जावे। पर गुरु तो बिना ये खेड नहीं बननी। ते साहब कहंदे जिन्हें जिहड़ा गुरु दे सन्मुख नहीं होया, जिन्हें गुरु साहब कोलों ज्ञान नहीं लिया, वो फिर गंदगी दे कीड़े की तरह विकारां दी गंदगी विच ही रहिंदा है। काम क्रोध लोभ मोह अहंकार ये गंदगी है। वो फिर इन्हां विकारां दी गंदगी विच रह के विकारां दी गंदगी ही खांदा रहिंदा है और सारी जिंदगी इसे तरह लंघा के फिर एक दिन काम क्रोध लोभ मोह हंकार दी गंदगी विच ही सड़ गल बल जांदा है। कहंदे ओदी जिंदगी दी लीला गंदगी दे विच पिया ही समाप्त हो जाती है। आया ते मनुखा जन्म विच लाहा लैण सी, पर होया कि अज्ञानता दे वस पै के ये विकारां दी गंदगी ही खांदा रहा, विकारां दी गंदगी च ही रहिंदा रहा ते विकारां दी गंदगी विच रह के अपनी जिंदगी नूं भोग के तुर गया। पर जिहड़ा लाहा लेना सी वो लै ना सकिया। लाहा कौन लैके जाएगा? गुरमुख लाहा लै गए जिन्हां ने गुरु कोलों ज्ञान ले लिया ते अज्ञानता दा हनेरा दूर कर लिया। मनमुख चले मूल गवाए जियो। मनमुख नूं भी मौका मिलिया सी पर वो अपना मूल गवा गया, क्योंकि वो गंदगी दे कीड़े दी तरह विकारां दी गंदगी विच ही अपना समा लंघा गया। इसलिए महाराज कहंदे इस संसार दे विच जिहड़ा दुख रोग कला कलेश जीवन विच बनिया
ਉਹਦਾ ਇੱਕੋ ਹੀ ਕਾਰਨ ਹੈ ਕਿ ਬਾਜ ਗੁਰੂ ਹੈ ਅੰਧ ਗੁਬਾਰਾ। ਜਦੋਂ ਅੰਧਕਾਰ ਦੀ ਜਾਂ ਅੰਧੇ ਦੀ ਗੱਲ ਆਉਂਦੀ ਹੈ ਤੇ ਸੰਗਤ ਸਮੇਤ ਬੇਨਤੀ ਕਰੀਦੀ ਹੈ ਵੀ ਅਸੀਂ ਗੁਰੂ ਸਾਹਿਬ ਕੋਲ ਆ ਕੇ ਬੇਨਤੀ ਕਰਿਆ ਕਰੀਏ ਵੀ ਮਹਾਰਾਜ ਹੁਣ ਤੱਕ ਦਾ ਸਮਾਂ ਮੈਂ ਅਗਿਆਨਤਾ ਵਿੱਚ ਅੰਧੇਪਨ ਵਿੱਚ ਹੀ ਗੁਜ਼ਾਰਿਆ ਹੈ, ਪਰ ਹੁਣ ਤੁਹਾਡੇ ਦਰ ਤੇ ਆਇਆ ਤੇ ਮੈਨੂੰ ਗਿਆਨ ਦਾ ਪੱਲਾ ਪਕੜਾਓ ਤਾਂ ਕਿ ਮੈਂ ਅਗਿਆਨਤਾ ਦੇ ਹਨੇਰੇ ਵਿੱਚੋਂ ਦੀ ਨਿਕਲ ਸਕਾਂ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਵਾਹਿਗੁਰੂ ਜੀ ਸਾਨੂੰ ਆਪਣੇ ਗਿਆਨ ਦਾ ਪੱਲਾ ਪਕੜਾਓ ਤਾਂ ਕਿ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਬਿਨਸ ਜਾਏ। ਬਾਜ ਗੁਰੂ, ਗੁਰੂ ਤੋਂ ਬਾਝੋਂ ਜੋ ਇਹ ਮਨ ਦੀ ਹਾਲਤ ਹੋਈ ਪਈ ਹੈ, ਇਹ ਇਸ ਤਰ੍ਹਾਂ ਹੈ ਜਿਵੇਂ ਇੱਕ ਗੰਦਗੀ ਦਾ ਕੀੜਾ ਹੁੰਦਾ ਹੈ। ਮੁਕਤੇ ਸੇਵੇ ਮੁਕਤਾ ਹੋਵੇ, ਹਉ ਮੈਂ ਮਮਤਾ ਸ਼ਬਦੇ ਖੋਵੈ। ਅਨ ਦਿਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵੜਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਮੁਕਤੇ ਸੇਵੇ, ਜਿਹੜਾ ਮੁਕਤ ਹੋਇਆ ਹੋਇਆ ਹੈ, ਜਦੋਂ ਤੁਸੀਂ ਉਸ ਮੁਕਤ ਦੇ ਚਰਨਾਂ ਵਿੱਚ ਆ ਕੇ ਸੇਵਾ ਵਿੱਚ ਜੁੜੋਗੇ, ਮੁਕਤਾ ਹੋਵੇ ਤਾਂ ਤੁਸੀਂ ਵੀ ਮੁਕਤ ਹੋ ਜਾਓਗੇ। ਇਹ ਤੇ ਦੇਖੋ ਜਿੱਦਾਂ ਦਾ ਅਸੀਂ ਜਿਹਦੇ ਕੋਲ ਜਾ ਕੇ ਜੁੜਾਂਗੇ, ਜਿੱਦਾਂ ਦਾ ਉਹਦਾ ਸੁਭਾਅ ਹੋਏਗਾ, ਜੀਵਨ ਹੋਏਗਾ, ਸਾਡਾ ਵੀ ਸੁਭਾਅ ਉੱਦਾਂ ਦਾ ਤੇ ਸਾਡਾ ਵੀ ਜੀਵਨ ਉੱਦਾਂ ਦਾ ਹੋ ਜਾਏਗਾ। ਜਿਹੜਾ ਆਪ ਮੁਕਤ ਨਹੀਂ ਹੈ ਉਹ ਤੁਹਾਨੂੰ ਮੁਕਤ ਕਿੱਥੋਂ ਕਰ ਦੇਗਾ? ਜਿਹੜਾ ਆਪ ਕਾਮੀ, ਕ੍ਰੋਧੀ, ਲੋਭੀ, ਹੰਕਾਰੀ, ਵਿਕਾਰੀ ਹੈ, ਉਹ ਤੁਹਾਨੂੰ ਕਾਮ, ਕ੍ਰੋਧ, ਲੋਮੋ, ਹੰਕਾਰ ਤੋਂ ਰਹਿਤ ਕਿਵੇਂ ਕਰ ਦੇਗਾ? ਅੰਮ੍ਰਿਤ ਬਾਣੀ ਦੇ ਵਿੱਚ ਬਚਨ ਆਉਂਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ। ਸਾਹਿਬ ਜੀ ਕਹਿੰਦੇ ਜੈਸਾ ਸੇਵੈ ਤੈਸੋ ਹੋਵੇ। ਤੁਸੀਂ ਜਿੱਦਾਂ ਦੇ ਕੋਲ ਜਾ ਕੇ ਜੁੜੋਗੇ ਉਦਾਂ ਦਾ ਹੀ ਤੁਹਾਡਾ ਜੀਵਨ ਹੋ ਜਾਏਗਾ। ਤੇ ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਏ ਹਾਂ ਤੇ ਸਾਡਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਹੋਣਾ ਚਾਹੀਦਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਮੰਨਿਓ, ਗ੍ਰੰਥ ਜੇ ਬਾਣੀ ਗੁਰੂ ਗੁਰੂ ਹੈ, ਬਾਣੀ ਮੰਨਦੇ ਆ ਤੇ ਫਿਰ ਸਾਡਾ ਸੁਭਾਅ ਵੀ ਗੁਰਬਾਣੀ ਵਾਲਾ ਹੋਣਾ ਚਾਹੀਦਾ ਹੈ। ਸਾਡੀਆਂ ਆਦਤਾਂ ਵੀ ਗੁਰਬਾਣੀ ਵਾਲੀਆਂ ਹੋਣੀ ਚਾਹੀਦੀਆਂ। ਗੁਰਬਾਣੀ ਅਨੁਸਾਰ ਸਾਡਾ ਜੀਵਨ ਹੋਣਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਹਰ ਪੱਖ ਤੋਂ ਮੁਕਤ ਹੈ ਤੇ ਸਾਨੂੰ ਹਰ ਪੱਖ ਤੋਂ ਗੁਰਬਾਣੀ ਮੁਕਤ ਕਰਾਉਂਦੀ ਹੈ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹੇ ਤਾਰੇ। ਸਤਿਗੁਰੂ ਮੁਕਤ ਹੈ ਤੇ ਉਹ ਸਾਨੂੰ ਵੀ ਮੁਕਤ ਕਰਕੇ, ਸਾਡੇ ਵੀ ਬੰਧਨ ਕੱਟ ਕੇ ਸਾਨੂੰ ਉਹ ਤਾਰਨ ਦੀ ਸਮਰੱਥਾ ਰੱਖਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ। ਇਸ ਲਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੁਕਤੇ ਸੇਵੇ। ਮੁਕਤੇ ਜਿਹੜਾ ਮੁਕਤ ਹੋਇਆ ਹੋਇਆ ਹੈ, ਜੇ ਤੁਸੀਂ ਉਹ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਜੁੜੋਗੇ, ਮੁਕਤਾ ਹੋਵੇ। ਜਿਹੜਾ ਜੁੜੇਗਾ ਉਹ ਵੀ ਮੁਕਤ ਹੋ ਜਾਏਗਾ। ਹਉਮੈ ਮਮਤਾ ਸ਼ਬਦੇ ਖੋਵੈ। ਜਿਹੜਾ ਸਤਿਗੁਰੂ ਦੇ ਚਰਨਾਂ 'ਚ ਆ ਕੇ ਸ਼ਬਦ ਦਾ ਅਭਿਆਸ ਕਰੇਗਾ, ਉਹ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਦੇ ਹਉਮੈ ਤੇ ਮਾਇਆ ਦੇ ਮੋਹ ਨੂੰ ਅੰਦਰੋਂ ਦੀ ਖਤਮ ਕਰ ਦੇਗਾ। ਸ਼ਬਦ ਦਾ ਅਭਿਆਸ ਅਸੀਂ ਕਾਹਦੇ ਲਈ ਕਰਨਾ ਹੈ? ਗੁਰਬਾਣੀ ਦਾ ਅਭਿਆਸ ਆਪਾਂ ਕਿਉਂ ਕਰਨਾ ਹੈ? ਰੋਜ਼ ਕਿਉਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ? ਅਸੀਂ ਰੋਜ਼ ਸੋਦਰ ਰਹਿਰਾ ਸਾਹਿਬ ਦਾ ਪਾਠ ਕਿਉਂ ਕਰਦੇ ਹਾਂ? ਅਸੀਂ ਰੋਜ਼ ਨਿਤਨੇਮ ਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਦਾ ਅਭਿਆਸ ਕਿਉਂ ਕਰਦੇ ਹਾਂ? ਤਾਂ ਕਿ ਅੰਦਰੋਂ ਹਉਮੈ ਤੇ ਮਾਇਆ ਦੀ ਮਮਤਾ ਖਤਮ ਹੋ ਜਾਏ। ਪਰ ਜੀਵਨ ਅੰਦਰ ਝਾਤੀ ਮਾਰ ਕੇ ਵੇਖਿਓ, ਭਾਵੇਂ ਗੁਰੂ ਦਰਬਾਰ 'ਚ ਆਪਾਂ ਬੈਠੇ ਹਾਂ ਤੇ ਭਾਵੇਂ ਇਸ ਮੀਡੀਆ ਰਾਹੀਂ ਜਿੱਥੇ ਜਿੱਥੇ ਤੱਕ ਵੀ ਆਵਾਜ਼ ਪਹੁੰਚਦੀ ਹੈ, ਸਾਡੇ ਵਿੱਚੋਂ ਕਿੰਨੇ ਕੁ ਉਹ ਨੇ
ਜਿਹੜੇ ਸ਼ਬਦ ਦਾ ਅਭਿਆਸ ਇਸ ਲਈ ਕਰ ਰਹੇ ਆ ਕਿ ਸਾਡੇ ਅੰਦਰੋਂ ਹਉਮੈ ਦੀ ਮਲ ਨਿਕਲ ਜਾਏ। ਵੀ ਅੱਜ ਮੈਂ ਜਪਜੀ ਸਾਹਿਬ ਦਾ ਪਾਠ ਇਸ ਲਈ ਕਰਨਾ ਤਾਂ ਕਿ ਅੰਦਰੋਂ ਮਾਇਆ ਦੀ ਮਮਤਾ ਖਤਮ ਹੋ ਜਾਏ, ਮਾਇਆ ਦਾ ਮੋਹ ਘਟ ਜਾਏ। ਅੱਜ ਮੈਂ ਨਿਤਨੇਮ ਦੀ ਬਾਣੀਆਂ ਦਾ ਜਾਪ ਇਸ ਲਈ ਕਰਨਾ ਮੇਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਹੋ ਜਾਏ। ਅੱਜ ਮੈਂ ਗੁਰੂ ਸਾਹਿਬ ਜੀ ਦੇ ਦਰ ਤੇ ਬੈਠ ਕੇ ਸ਼ਬਦ ਇਸ ਲਈ ਸੁਣਨਾ ਮੇਰੇ ਅੰਦਰੋਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹ ਬੁਰਾਈਆਂ ਨਿਕਲ ਜਾਣ। ਪਰ ਸਾਡਾ ਜ਼ੋਰ ਤੇ ਹਜੇ ਗੁਰਬਾਣੀ ਦਾ ਅਭਿਆਸ ਕਰਕੇ ਇਸ ਪਾਸੇ ਲੱਗਾ ਹੋਇਆ ਸਰੀਰਕ ਤਲ ਤੇ, ਬਾਹਰੀ ਤਲ ਤੇ, ਵੀ ਮੇਰਾ ਫਲਾਣਾ ਕੰਮ ਬਣ ਜਾਏ, ਮੇਰਾ ਫਲਾਣਾ ਕੰਮ ਰੁਕਿਆ ਹੋਇਆ ਪੂਰਾ ਹੋ ਜਾਏ, ਮੇਰੇ ਸਰੀਰ ਦੀਆਂ ਲੋੜਾਂ ਪੂਰੀਆਂ ਹੋ ਜਾਣ, ਮੇਰੇ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ। ਹਜੇ ਅੰਦਰ ਤਾਂ ਗਏ ਹੀ ਨਹੀਂ ਅਸੀਂ। ਵਿਰਲੇ ਨੇ ਉਹ ਜਿਹੜੇ ਸ਼ਬਦ ਦਾ ਅਭਿਆਸ ਨਿਤਨੇਮ ਦੀ ਬਾਣੀਆਂ ਦਾ ਪਾਠ ਰੋਜ਼ ਇਸ ਲਈ ਕਰ ਲਿਆ ਕਿ ਅੰਦਰ ਦੀ ਮਲ ਧੁੱਪ ਜਾਏ, ਮੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿਕਲ ਜਾਏ। ਨਹੀਂ ਤਾਂ ਬਹੁਤਾਤ ਵਿੱਚ ਆਪਾਂ ਸਰੀਰ ਕਰਕੇ ਹੀ ਜੁੜੇ ਹੋਏ ਹਾਂ। ਹਜੇ ਸਰੀਰ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਹੀ ਸ਼ਬਦ ਪੜ੍ਹਿਆ ਸੁਣਿਆ ਜਾ ਰਿਹਾ। ਹਜੇ ਬਾਣੀ ਇਸੇ ਲਈ ਪੜ੍ਹੀ ਜਾ ਰਹੀ ਹੈ ਸਿਰਫ ਰੋਟੀ ਕੱਪੜੇ ਮਕਾਨ ਤੱਕ ਹੀ ਸੀਮਤ ਆ, ਬਾਹਰ ਦੀਆਂ ਜ਼ਰੂਰਤਾਂ ਤੱਕ ਹੀ ਸੀਮਤ ਆ। ਔਰ ਇਹ ਵੀ ਧਿਆਨ ਰੱਖਿਓ ਬਾਹਰ ਦੀਆਂ ਜ਼ਰੂਰਤਾਂ ਵਾਸਤੇ ਤਾਂ ਇੱਕ ਨਹੀਂ 21 ਪਾਠ ਵੀ ਜਪਜੀ ਸਾਹਿਬ ਦੇ ਹੋ ਰਹੇ ਆ, ਪਰ ਅੰਦਰ ਦੀ ਮਲ ਨੂੰ ਧੋਣ ਵਾਸਤੇ ਇੱਕ ਵੀ ਨਹੀਂ ਹੋ ਰਿਹਾ। ਇਹ ਸੱਚ ਹੈ। ਅੰਦਰ ਦੀ ਮਲ ਨੂੰ ਧੋਣ ਵਾਸਤੇ ਤਾਂ ਜਪਜੀ ਸਾਹਿਬ ਜੀ ਦੀਆਂ 5 ਪੌੜੀਆਂ ਵੀ ਟਿਕ ਕੇ ਨਹੀਂ ਅਸੀਂ ਪੜ੍ਹ ਰਹੇ ਹਾਂ। ਮਹਾਰਾਜ ਕਹਿੰਦੇ ਇੱਕ ਸ਼ਬਦ ਦਾ ਇੱਕ ਕਿਣਕਾ ਵੀ ਤੇਰੇ ਅੰਦਰ ਚਲਾ ਗਿਆ ਨਾ, ਉਹਨੇ ਸਾਰੀ ਮਲ ਧੋ ਕੇ ਬਾਹਰ ਕੱਢ ਦੇਣੀ ਆ। ਪਰ ਉਸ ਪਾਸੇ ਹਜੇ ਸਾਡਾ ਧਿਆਨ ਨਹੀਂ। ਕੇਵਲ ਬਾਣੀ ਇਸ ਲਈ ਹੈ ਕਿ ਸਾਨੂੰ ਬਾਹਰ ਦੇ ਸੁੱਖ ਬਾਹਰ ਦੀਆਂ ਜ਼ਰੂਰਤਾਂ ਸਾਨੂੰ ਜਿਹੜੀਆਂ ਨੇ ਉਹ ਸਾਡੀਆਂ ਪੂਰੀਆਂ ਹੋ ਜਾਣ। ਪਰ ਸਾਹਿਬ ਜੀ ਕਹਿੰਦੇ ਬਾਣੀ ਤੈਨੂੰ ਦਿੱਤੀ ਸੀ ਤੇਰੀ ਮੱਤ ਵਿੱਚੋਂ ਪਾਪ ਦੀ ਮਲ ਨਿਕਲ ਜਾਏ। ਇਹ ਬਾਣੀ ਇਸ ਲਈ ਦਿੱਤੀ ਸੀ ਕਿ ਤੇਰਾ ਹਿਰਦਾ ਬਿਲਕੁਲ ਸ਼ੁੱਧ ਹੋ ਜਾਏ, ਤੇਰੇ ਮਨ ਦੀ ਖੋਟ ਅੰਦਰੋਂ ਨਿਕਲ ਜਾਏ, ਤੂੰ ਕਾਮੀ ਕਰੋਧੀ ਲੋਭੀ ਹੰਕਾਰੀ ਨਾ ਰਵੇਂ। ਤੂੰ ਬਾਣੀ ਦਾ ਅਭਿਆਸ ਕਰਕੇ ਸਤ ਸੰਤੋਖ ਖਿਮਾ ਦਇਆ ਵਾਲਾ ਗੁਣ ਤੇਰੇ ਅੰਦਰ ਆ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ। ਸ਼ਬਦੇ ਸ਼ਬਦ ਨਾਲ ਜੁੜ ਕੇ, ਜਿਨ੍ਹਾਂ ਨੇ ਸ਼ਬਦ ਨਾਲ ਜੁੜ ਕੇ ਅਭਿਆਸ ਕੀਤਾ ਉਹਨਾਂ ਅੰਦਰੋਂ ਹਉਮੈ ਹੰਕਾਰ ਵੀ ਨਾਸ਼ ਹੋ ਗਿਆ ਔਰ ਮਾਇਆ ਦੇ ਮੋਹ ਦੀ ਮਮਤਾ ਵੀ ਉਹਦੇ ਅੰਦਰੋਂ ਦੀ ਖਤਮ ਹੋ ਗਈ। ਅਨ ਦਿਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ। ਜਿਹੜੇ ਅਨ ਦਿਨ ਸੱਚੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦੇ ਨੇ ਉਹ ਕੌਣ ਕਰਦੇ ਨੇ? ਜਿਹਨੇ ਭਾਗ ਪੂਰੇ ਜਾਗੇ ਨੇ। ਤੇ ਪੂਰੇ ਭਾਗ ਕਿਹਦੇ ਜਾਗੇ ਨੇ? ਪੂਰੇ ਗੁਰੂ, ਜਿਹਨੂੰ ਪੂਰਾ ਗੁਰੂ ਮਿਲ ਗਿਆ। ਪੂਰੇ ਗੁਰੂ ਦੇ ਮਿਲਾਪ ਵਿੱਚ ਹੀ ਸਾਡੇ ਭਾਗ ਜਾਗਣੇ ਆ, ਅਸੀਂ ਵੱਡੇ ਭਾਗਾਂ ਵਾਲੇ ਹੋਣਾ ਹੈ। ਤੇ ਜਿਹੜਾ ਪੂਰੇ ਗੁਰੂ ਦੇ ਮਿਲਾਪ ਵਿੱਚ ਭਾਗਾਂ ਵਾਲਾ ਹੋ ਗਿਆ, ਸਾਹਿਬ ਜੀ ਕਹਿੰਦੇ ਅਨ ਦਿਨ ਹਰ ਜੀਉ ਸੱਚਾ ਸੇਵੀ। ਉਹ ਫਿਰ ਦਿਨ ਰਾਤ ਹਰ ਸਮੇਂ ਉਹ ਉੱਠਦਿਆਂ ਬਹਿੰਦਿਆਂ ਪਰਮੇਸ਼ਵਰ ਦੇ ਨਾਮ ਦੇ ਸਿਮਰਨ ਵਿੱਚ ਜੁੜ ਜਾਂਦਾ ਹੈ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਆਪੇ ਬਖਸ਼ੇ ਮੇਲ ਮਿਲਾਏ, ਉਹ ਆਪ ਵਾਹਿਗੁਰੂ ਜੀ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦੇ ਨੇ। ਮੇਲ ਲੱਲੇ ਨੂੰ ਸਿਹਾਰੀ ਮੇਲ ਕੇ ਉਹ ਗੁਰੂ ਨੂੰ ਨਾਲ ਮੇਲ ਉਹਨਾਂ ਦਾ ਕਰਵਾ ਕੇ ਮਿਲਾਏ, ਫਿਰ ਆਪਣੇ ਨਾਲ ਮਿਲਾਉਂਦਾ ਹੈ।
ये परमेश्वर ने एक विध बनाई है। असी सिद्धा परमेश्वर नाल नहीं जुड़ सकते। सानू परमेश्वर नाल जुड़न वास्ते विच गुरु चाहिदा है। गुरु जिहड़ा एक विचोला है, जिहड़ा सानू परमेश्वर दे नाल मिलाउंदा है। जैसा सतगुरु सुनीदा तैसो ही मैं डीठ, विछड़िया मेले प्रभु हर दरगह का बसीठ। इसलिए सतगुरु दे राही परमेश्वर नाल मेल होना है। पर सारी दुनिया सतगुरु नूं नहीं मिलती। कौन मिलता है? जिहदे उत्ते उस मालिक दी बख्शिश हुंदी है। जे सारी दुनिया ही धन गुरु ग्रंथ साहब जी की रोशनी विच, ज्ञान की रोशनी विच तुरे तो फिर दुनिया का नक्शा ना बदल जाए, दुनिया का माहौल ना बदल जाए, फिर राजे कदे कसाई ना बनन, फिर ये लोकाई कदे भी अंधकार दे विच दुखी ना होवे, कोई मड़ियां ते मसाणा ते नज़र ना आवे, कोई देहधारी नज़र ना आवे, कोई संसार विच पाप बुराई नज़र ना आवे। जे सारी दुनिया गुरु ग्रंथ साहब जी दे ज्ञान की रोशनी विच तुर पे। पर कौन तुरेगा? जिहदे उत्ते उस मालिक दी बख्शिश हुंदी है। साहब जी ने आख्या आपे बख्शे, आप जिन्हां नूं बख्शिश दिंदा है, मेल के गुरु नूं नाल उन्हां दा मेल करवा के मिलाए, फिर वो अपने नाल मिलाउंदा है। क्योंकि बाज गुरु है अंध गुबारा, गुर बिन घोर अंधार, गुरु बिन समझ ना आवे। गुरु राही ही समझ आउणी है। जिन्हां उत्ते मालिक ने किरपा कीती उन्हां नूं गुरु मिलाया, जिन्हां नूं गुरु मिलाया वो फिर गुरु दे राही परमेश्वर नाल मिलदे आ। हुण गुरु नाल मेल के की हुंदा है? पूरे गुर ते नाम नव निध पाए, पूरे गुर ते नाम निध पाए। महाराज कहंदे पूरे गुरु कोलों 9 खजानियां नाल भरपूर परमेश्वर दा सच्चा नाम मिलदा है। जे असीं धन गुरु ग्रंथ साहब जी नाल जुड़ांगे की मिलेगा? सच्ची बाणी मिलेगी। ते वो सच्ची बाणी कित्थों आई है? तुर की बाणी आई तिन सगली चिंत मिटाई। जे असीं गुरु ग्रंथ साहब नाल जुड़ांगे तो सानू बाणी मिलेगी। बाणी कित्थों आई है? सतगुर की बाणी सत सत कर जानो, गुर सिखो हर करता आप मूहों कढ़ाए। बाणी कित्थों आई है? जैसी में आवे खसम की बाणी, ये उस मालिक दे घर चों ये बाणी आई है। जे गुरु ग्रंथ साहब नाल जुड़ांगे तो सच्ची बाणी मिलेगी, सानू सच्ची बाणी दा खजाना मिलेगा। इसलिए साहब कहंदे पूरे गुर ते, पूरे गुरु दे पासों नाम निध पाए, नाम दा खजाना मिलदा है। नाम दे जिन्हां नूं खजाने मिलदे आ, सच्चे नाम सदा मन सच्चा, सच सेवे दुख गवावणिया, ਉਹ ਫਿਰ सच्चे नाम का अभ्यास करते आ। सच्ची बाणी दे राही सच्चे नाम का अभ्यास होना है। क्योंकि सच्ची बाणी विच ही महाराज ने कहा जप मन सत नाम सदा सत नाम। सच्ची बाणी विच ही महाराज ने कहा जपो तां एको नामा अवर निराफल कामा। सच्ची बाणी दे विच ही महाराज ने कहा दुख भंजन तेरा नाम जी, दुख भंजन तेरा नाम। सच्ची बाणी दे राही ही सानू नाम दी मंग मंगण दी जाच सिखाई है। विण तुद होर जे मंगना सिर दुखां के दुख, दे नाम संतोखिया उतरे मन की भुख। जे उस मालिक ने सतगुरु नाल मिलाया ते महाराज कहंदे सतगुरु नूं मिल के बाहर दियां मंगां ही ना मंगदा रह जाई। नानक नाम मिले तां जीवा, तन मन थीवे हरिया। तू इत्थे नाम भी मंगना है। और नाम मंगण लगिया जे तेनू अपनी भावना भिखारी वाली भी बनानी पए ते वो भी बना लई। क्योंकि जे तू अपने आप नू इस दर ते लिया के कवें हम भीखक भिखारी तेरे, तू निज पत है दाता हो दयाल, नाम देहो मंगत जन को सदा रहो रंग राता। ते फिर गुरु तुरठ के तेनू सच्चे रंग विच रंग देगा। हरनामा
हर रंग है, हर रंग मजीठै रंग, गुर तुठै हर रंग चाड़िया। ये नाम दा रंग गुरु ने त्रुट के चाड़ना है। ते जिन्हां नूं ये रंग चढ़ गया सच्चा नाम, वो सच्चे नाम विच जुड़दे आ। सदा मन सच्चा, ਉਹਦੇ मन विच फिर सच वरतदा है, ਉਹਦਾ मन सचियार हो जाता है, ਉਹਦਾ मन फिर कदे मैला नहीं हुंदा। सच सेवे, फिर वो दिन रात सच सच्चे नूं सिमरदे ने, ते जिहड़े दिन रात सिमरदे ने दुख गवावणिया उन्हां दी जिंदगी दे सारे दुख दूर हो जाते हैं। मन आत्मा करके सारे दुख जिहड़े आ उन्हां दे दूर हो जाते ने। और अमृत बाणी फिर बेनती करा, केवल बाहरी तौर ते नहीं, ये साडे अंदर दे दुख ते रोग नूं कट्टण वास्ते ये बाणी दिती है। परमेश्वर दिता बन्ना दुख रोग का डेरा भन्ना। दुख केड़ा आत्मा नूं लगा, परमेश्वर तो विछड़ के साडी आत्मा दुखी है, ते रोग साडे मन नूं लगे हुए है। इसलिए महाराज कहते आ जिहड़ा तैनूं आसरा बाणी दा दिता ना, ये तेरे मन दे रोग नूं खत्म करने वास्ते दिता है। ये बाणी दा आसरा तेरी आत्मा दे दुख नूं कट्टण वास्ते दिता है। ते जिन्हां ने सतगुरु दे राही सच्चे नाम नूं अपने मन विच वसा के सदा सच्चे दा नाम सिमरिया, दुख गवावणिया उन्हें सारे दुख अपनी जिंदगी विचों दूर कर लए हन। सदा हजूर दूर ना जानो, गुर शब्दी हर अंतर पसाणो। नानक नाम मिलै वड्याई, पूरे गुर ते पावड़िया। हुण धन गुरु अमरदास महाराज सर्व सांझे तौर ते हर एक नूं कह रहे आ भी भाई सदा हजूर परमेश्वर सदा तुहाडे कोल, तुहाडे नाल, तुहाडे कोल हाज़र है। वो कदे भी एक पल लई भी साडे तो गैर हाज़र नहीं होया। हर वेले वो हाज़र है, हर वेले। दूर ना जानो, उन्हों दूर करके ना जानो, उन्हों नेड़े करके जानो। पर वो जाणांगे किवें? वो भी गुरु दे ज्ञान राही जाणिया जाना है। अज्ञानता दे वस हो के असीं ये समझ लिया भी रब बड़ी दूर है, बड़ी दूर है। किन्नी दूर? असीं सोचिया भी वो आसमान ते किते बैठा होया है। इस्लाम धर्म दे मुताबिक ते खुदा बैठा ही सतवें आकाश ते है। हजे असी पहले आसमान नूं समझ नहीं सके ते साडी सुरत सतवें आसमान ते किथे पहुंचेगी। इसलिए महाराज कहंदे उन्हों तुसीं दूर करके ना जानो। जिन्ना दूर करके जाणदे हो उन्ना ही पाप दी दलदल विच फसदे हो। जिन्ना उन्हों दूर करके जाणदे हो उन्ने ही बुरे कर्म तुसीं करदे हो, उन्ने माड़े कर्म करदे हो। ये कह के भी किहड़ा रब वेखदा है? वो तो बड़ी दूर बैठा है, ओदी नज़र तां साडे ते पैणी कोई नहीं। बड़ी दूर है रब, इन्नी दूर है कि ओदी नज़र पैणी नहीं। मैं जो मर्जी करी जावां, मैनू किहड़ा कोई वेखदा है, मैनू किहड़ा कोई वेखण वाला है। महाराज कहंदे यही ते भुलेखा तेरा कढना गुरबाणी चों। भगत साहबान नूं समझ आई ते उन्होंने दुनिया नूं समझाया कि दुनिया दे लेको प्रभ नेर हूं ते नेरिया। वो जिन्ना भी तुसी महसूस करो ना नेड़े, उहदे तो कई गुणा वध वो तुहाडे तो नेड़े है। उरू दूर करके ना जानो। जे दूर करके जानोगे फिर बुरे कर्म करके खुश होवोगे कि मैनू किहड़ा किसी ने वेखिया। लूक करत बेकार बिखड़े, प्रभ नेर हूं ते नेरिया। लूक मैंने लुक के, तू लुक के भैड़े माड़े कर्म छुप के करदा पिया। पर यह ध्यान रखी प्रभ नेर हूं ते नेरे। वो तेरे नेड़े तो नेड़े हो के तेरे हर एक कर्म ते नजर रखी बैठा है। ताई ते तेरे कर्म दा नबेड़ा उन्हें करना है। ताई ते मंदा चंगा अपना आपे ही कीता
पावन जे वो दूर हुंदा ते फिर थोड़ी मंदा चंगा अपना पाउणा सी, फिर असी फिर सानी महाराज ने थोड़ी कहना सी जेहा बीजै सो लुणै, कर्म संदरा खेत है, जो बीजेगा उही फल मिलना, क्योंकि उहदी नज़र हर एक दे उपर है, वो हर एक दे नाल है, हर एक दे कोल है। ये किने समझाउणा? पूरे गुरु ने ज्ञान की रोशनी विच समझाउणा। धन गुरु अमरदास महाराज कहते सदा हजूर दूर न जानो, गुर शब्दी हर अंतर पछाणो। गुरु दे शब्द नाल जुड़ के उन्होंने अंदर पछाणन का यतन करो, क्योंकि गुरबाणी रोशनी है जिहड़ी तुहाडे अंदर चानण करेगी, ते तुहानू पता लग जाएगा भी वो तो मेरे हिरदे च ही बैठा होया है। घट घट मैं हर जू बसै, संतन कहियो पुकार, वो तो मेरे हिरदे च है, पर गुरु दे शब्द राही ही अंदर पछाण होनी है। नानक गुरु अमरदास महाराज जी कह रहे ने, नाम मिलै वडियाई, नाम विच जुड़ के, नाम विच सुरत नू जोड़ के, मन दे राही नाम दा अभ्यास करके ही तुहानू वाहिगुरु जी दे घरों वडियाइयां मिलनियां ने, इज्जत मिलनी है, मान मिलना, प्यार मिलना, सत्कार मिलना। पर सच्चा नाम कित्थों मिलना है? नाम नाल जुड़ के वाहिगुरु दे घरों सत्कार, इज्जत, प्यार, वडियाइयां मिलनियां, पर नाम कित्थों मिलना है? पूरे गुर ते पावणिया। नाम पूरे गुरु तो सानू मिलना है। इसलिए सब कहते गुरु वाले बनो, गुरु दे सन्मुख होवो, नहीं तो फिर बाज गुरु है अंध गुबारा, अज्ञानी अंधा, अंध अंधारा, विष्टा के कीड़े विष्टा कमावे, फिर विष्टा माहे पचावणिया। इसलिए जे असी विकारां दी गंदगी चों निकलना चाहुंदे आ, मालिक दे घर चों वडियाइयां लेना चाहुंदे आ, तो फिर गुरु वाले बणीए, गुरु साहब दे सन्मुख होइए, ते अपने मन नूं होका दईए मना गुरु तो बिना गल नहीं बननी। गुर बिन घोर अंधार, गुरु बिन समझ न आवे। इसलिए मन तू गुरु 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 जप। जिदन गुरु ने त्रुट के बख्शिशां दित्तियां, वो तेरे कोलों कोई खो नहीं सकदा। उस बख्शिशां दे सदके तू अपना जीवन लेखे विच ला सकदा है। इसलिए आप भी गुरु दे दर ते आवीए, ते होरां नूं भी प्रेर के गुरु चरनां च ले आईए। आप भी गाइए ते दूजियां नूं भी जोड़ के कहिए भी अपने अपने मन नूं आवाज़ा दिओ। गुरु गुरु गुर कर मन मोर, गुरु गुरु गुर कर मन मोर। गुरु बिना मैं नाही होर, गुरु बिना मैं नाही होर। गुर की टेक रहो दिन रात, गुर की टेक रहो दिन रात। गुर की टेक रहो दिन रात, गुर की टेक रहो दिन रात। जाकी कोई न मेट दात, जाकी कोई न मेट दात। गुरु गुरु गुर कर मन मोर, गुरु गुरु गुर कर मन मोर। गुरु पातशाह किरपा करन, चढ़दी कला बख्शन, गुरु वाले बणीए, बाणे बाणी दे धारनी बणीए। जिथे
ਇਸ ਅਸਥਾਨ ਤੇ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਦੇ ਪ੍ਰਵਾਹ ਚੱਲਦੇ ਨੇ। ਉੱਥੇ ਹਰ ਮਹੀਨੇ ਪਹਿਲੇ ਐਤਵਾਰ ਅੰਮ੍ਰਿਤ ਸੰਚਾਰ ਹੁੰਦਾ ਹੈ। ਅੰਮ੍ਰਿਤ ਅਬਲਾਖੀ ਗੁਰੂ ਵਾਲੇ ਬਣਦੇ ਨੇ। ਅੱਜ ਵੀ ਅੰਮ੍ਰਿਤ ਸੰਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਹੋਣਾ। ਤੇ ਜਿਹੜੇ ਅੰਮ੍ਰਿਤ ਅਬਲਾਖੀ ਨੇ ਉਹ ਕੇਸੀ ਇਸ਼ਨਾਨ ਕਰ ਬਾਣੇ ਦੇ ਧਾਰਨੀ ਬਣ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਗੁਰੂ ਦੀਆਂ ਬਖਸ਼ਿਸ਼ਾਂ ਲੈਣ। ਤੇ ਜਿਨ੍ਹਾਂ ਦੇ ਹਜੇ ਮਨ ਨਹੀਂ ਮੰਨਦੇ ਉਹ ਅਰਦਾਸ ਬੇਨਤੀ ਕਰੋ ਤਾਂ ਕਿ ਅਸੀਂ ਵੀ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਮਹਾਰਾਜ ਬਖਸ਼ ਦੇਣ। ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।